Hi, this is Ishan Agarwal from Malerkola. I hope you all are doing well. I hope ਤੁਸੀਂ ਸਾਰਿਆਂ ਨੇ ਨੈਸ਼ਨਲ ਇਨਕਮ ਦਾ ਪਾਰਟ 1 ਐਂਡ ਪਾਰਟ 2 ਜ਼ਰੂਰ ਦੇਖਿਆ ਹੋਊਗਾ ਬਿਕੋਜ਼ ਜਿਹੜਾ ਅੱਜ ਦਾ ਲੈਕਚਰ ਹੈ ਉਹ ਪਾਰਟ 1 ਤੇ ਪਾਰਟ 2 ਦੇ ਨਾਲ ਹੀ ਇੰਟਰਲਿੰਕ ਹੈ ਕਿਉਂਕਿ ਜੋ ਆਪਾਂ ਨੇ ਉਸ ਟਰਮਸ ਪੜ੍ਹੀਆਂ ਨੇ ਉਹਦੇ ਨਾਲ ਹੀ ਮਿਲ ਕੇ ਆਪਾਂ ਅੱਜ ਪੜਾਂਗੇ ਪ੍ਰਾਈਵੇਟ ਇਨਕਮ ਕੀ ਹੁੰਦਾ ਹੈ, ਪਰਸਨਲ ਇਨਕਮ ਕੀ ਹੁੰਦਾ ਹੈ ਤੇ ਪਰਸਨਲ ਡਿਸਪੋਜ਼ੇਬਲ ਇਨਕਮ ਕੀ ਹੁੰਦਾ ਹੈ। ਸੋ ਜੋ ਸਟੂਡੈਂਟਸ ਨੇ ਹਜੇ ਤੱਕ ਪਾਰਟ 1 ਤੇ ਪਾਰਟ 2 ਨਹੀਂ ਦੇਖਿਆ ਤਾਂ ਮੇਰੀ ਰਿਕੁਐਸਟ ਹੈ ਕਿ ਪਹਿਲਾਂ ਤੁਸੀਂ ਉਹ ਪਾਰਟ ਦੇਖਿਓ ਫਿਰ ਇਹ ਵੀਡੀਓ ਨੂੰ ਦੇਖਿਓ ਤਾਂ ਕਿ ਤੁਹਾਨੂੰ ਅੱਜ ਦਾ ਲੈਕਚਰ ਅੱਛੇ ਤਰੀਕੇ ਨਾਲ ਸਮਝ ਆ ਜਾਏ। ਸੋ ਦੇਖਦੇ ਹਾਂ ਅੱਜ ਆਪਾਂ ਕੀ ਪੜਾਂਗੇ। ਅੱਜ ਆਪਾਂ ਪੜਾਂਗੇ ਵਾਟ ਇਜ਼ ਪ੍ਰਾਈਵੇਟ ਇਨਕਮ, ਪਰਸਨਲ ਇਨਕਮ ਐਂਡ ਪਰਸਨਲ ਡਿਸਪੋਜ਼ੇਬਲ ਇਨਕਮ ਤੇ ਨਾਲ ਹੀ ਆਪਾਂ ਪੜਾਂਗੇ ਕਿ ਆਪਾਂ ਇਹਨਾਂ ਨੂੰ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ। ਸੋ ਸਟਾਰਟ ਕਰਦੇ ਹਾਂ ਪ੍ਰਾਈਵੇਟ ਇਨਕਮ ਤੋਂ। ਦੇਖੋ ਪ੍ਰਾਈਵੇਟ ਇਨਕਮ ਦਾ ਸਭ ਤੋਂ ਪਹਿਲਾਂ ਪੜਾਂਗੇ ਮਤਲਬ ਕੀ ਹੁੰਦਾ ਹੈ। ਇਨਕਮ ਅਰਨਡ ਬਾਈ ਪ੍ਰਾਈਵੇਟ ਸੈਕਟਰ ਵਿਦਿਨ ਐਂਡ ਆਊਟਸਾਈਡ ਦਾ ਕੰਟਰੀ। ਸੋ ਜਦੋਂ ਵੀ ਤੁਸੀਂ ਕੋਈ ਪ੍ਰਾਈਵੇਟ ਵਰਡ ਪੜ੍ਹਦੇ ਹੋ ਤਾਂ ਤੁਹਾਡੇ ਦਿਮਾਗ 'ਚ ਕੀ ਆਉਂਦਾ ਪ੍ਰਾਈਵੇਟ ਸੈਕਟਰ। ਸੋ ਜਿਹੜੀ ਇਹ ਪ੍ਰਾਈਵੇਟ ਇਨਕਮ ਹੈ ਇਹ ਪ੍ਰਾਈਵੇਟ ਸੈਕਟਰ ਦੀ ਇਨਕਮ ਹੋਈ। ਆਪਣੇ ਇਕੋਨਮੀ 'ਚ ਦੋ ਤਰ੍ਹਾਂ ਦੇ ਸੈਕਟਰ ਹੁੰਦੇ ਨਾ, ਇੱਕ ਗਵਰਨਮੈਂਟ ਸੈਕਟਰ ਹੁੰਦਾ, ਇੱਕ ਪ੍ਰਾਈਵੇਟ ਸੈਕਟਰ। ਸੋ ਇਹ ਨੈਸ਼ਨਲ ਇਨਕਮ ਦਾ ਸਿਰਫ ਪ੍ਰਾਈਵੇਟ ਸੈਕਟਰ ਦੀ ਇਨਕਮ ਦਾ ਪਾਰਟ ਹੁੰਦਾ। ਸੋ ਇਨਕਮ ਅਰਨਡ ਬਾਈ ਪ੍ਰਾਈਵੇਟ ਸੈਕਟਰ ਵਿਦਿਨ ਐਂਡ ਆਊਟਸਾਈਡ ਦਾ ਕੰਟਰੀ। ਇਹਦੇ ਉੱਪਰ ਵੀ ਤੁਹਾਨੂੰ ਧਿਆਨ ਦੇਣਾ ਹੈ ਕਿ ਵਿਦਿਨ ਐਂਡ ਆਊਟਸਾਈਡ ਦਾ ਕੰਟਰੀ ਜ਼ਰੂਰੀ ਨਹੀਂ ਹੈਗਾ ਕਿ ਉਹ ਆਪਣੇ ਇੰਡੀਆ 'ਚ ਹੀ ਰਹਿ ਕੇ ਇਨਕਮ ਅਰਨਡ ਕਰ ਰਿਹਾ ਹੈ, ਬਲਕਿ ਇਸ 'ਚ ਆਪਾਂ ਉਹ ਵੀ ਇਨਕਮ ਐਡ ਕਰਾਂਗੇ ਜਿਹੜੀ ਬਾਹਰਲੀ ਕੰਟਰੀਆਂ ਤੋਂ ਵੀ ਆਈ ਹੋਈ ਹੈ। ਸੋ ਚਲੋ ਦੇਖਦੇ ਹਾਂ ਕਿ ਆਪਾਂ ਕਿਵੇਂ ਕੈਲਕੂਲੇਟ ਕਰਦੇ ਹਾਂ। ਹੁਣ ਦੇਖੋ ਆਪਾਂ ਨੇ ਪੜ੍ਹਿਆ ਸੀ NDP-FC ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ। ਹੁਣ ਆਪਾਂ ਨੇ ਜਦੋਂ ਉਹ ਪੜ੍ਹਿਆ ਸੀ ਉਹ ਆਪਾਂ ਨੇ ਇੰਡੀਆ ਦੇ ਪੁਆਇੰਟ ਆਫ ਵਿਊ ਤੋਂ ਪੜ੍ਹਿਆ ਸੀਗਾ। ਸੋ ਇੰਡੀਆ ਦੇ ਜਦੋਂ ਆਪਾਂ ਨੇ ਪੁਆਇੰਟ ਆਫ ਵਿਊ ਤੋਂ ਪੜ੍ਹਿਆ ਤਾਂ ਉਹਦੇ ਵਿੱਚ ਕੀ ਕੀ ਚੀਜ਼ਾਂ ਇਨਕਲੂਡ ਹੋਣਗੀਆਂ। ਇੱਕ ਤਾਂ ਗਵਰਨਮੈਂਟ ਦੀ ਇਨਕਮ ਵੀ ਇਨਕਲੂਡ ਹੋਗੀ ਅਤੇ ਇੱਕ ਪ੍ਰਾਈਵੇਟ ਸੈਕਟਰ ਦੀ ਵੀ ਹੋਗੀ। ਲੇਕਿਨ ਆਪਾਂ ਉਰੇ ਪੜ੍ਹ ਕਿਹਦੇ ਬਾਰੇ ਰਹੇ ਹਾਂ, ਸਿਰਫ ਪ੍ਰਾਈਵੇਟ ਇਨਕਮ ਦੇ ਬਾਰੇ। ਸੋ NDP-FC ਜਦੋਂ ਆਪਾਂ ਨੂੰ ਕੁਐਸਚਨ ਦੇ ਵਿੱਚ ਗਿਵਨ ਹੋਊਗਾ ਆਪਾਂ ਨੇ ਉਸ 'ਚੋਂ ਸਭ ਤੋਂ ਪਹਿਲਾਂ ਕੀ ਮਾਈਨਸ ਕਰ ਦੇਣਾ ਹੈ NDP-FC ਬਾਏ ਗਵਰਨਮੈਂਟ ਸੈਕਟਰ। ਜਦੋਂ ਆਪਾਂ NDP-FC ਬਾਈ ਗਵਰਨਮੈਂਟ ਸੈਕਟਰ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਜਿਹੜਾ ਪਿੱਛੇ NDP ਦਾ ਪਾਰਟ ਬਚੂਗਾ ਉਹ ਸਿਰਫ ਕਿਹਦਾ ਬਚੂਗਾ, ਪ੍ਰਾਈਵੇਟ ਸੈਕਟਰ ਨੂੰ ਲੈ ਕੇ। ਆਈ ਹੋਪ ਤੁਹਾਨੂੰ ਇਹ ਗੱਲ ਸਮਝ ਆਈ ਹੋਗੀ। ਜਦੋਂ ਆਪਾਂ NDP ਦੇ ਵਿੱਚੋਂ ਗਵਰਨਮੈਂਟ ਦਾ ਪਾਰਟ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਕਿਹਦਾ ਪਾਰਟ ਬਚੂਗਾ, ਸਿਰਫ ਪ੍ਰਾਈਵੇਟ ਦਾ। ਠੀਕ ਹੈ। ਸੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ NDP-FC ਬਾਈ ਪ੍ਰਾਈਵੇਟ ਸੈਕਟਰ ਇਹਨੂੰ ਆਪਾਂ ਇਨਕਲੂਡ ਕਰਾਂਗੇ ਜਦੋਂ ਆਪਾਂ ਨੇ ਪ੍ਰਾਈਵੇਟ ਇਨਕਮ ਗਿਣਨੀ ਹੈ। ਪਲੱਸ NFIA ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਕਿਉਂ ਅਬਰੋਡ ਦੀ ਇਨਕਮ ਕਿਉਂ ਆਪਾਂ ਐਡ ਕਰਾਂਗੇ, ਬਿਕੋਜ਼ ਇੱਥੇ ਵਰਡ ਕੀ ਆ ਗਿਆ ਆਊਟਸਾਈਡ। ਅਗਰ ਵਿਦਿਨ ਲਿਖਿਆ ਹੁੰਦਾ ਇਕੱਲਾ ਇਹਦੀ ਡੈਫੀਨੇਸ਼ਨ 'ਚ ਸੋ ਆਪਾਂ ਇਹਨੂੰ ਨਾ ਕਰਦੇ, ਬਟ ਜਿਹੜੀ ਪ੍ਰਾਈਵੇਟ ਇਨਕਮ ਹੁੰਦੀ ਹੈ ਉਹਦੇ ਵਿੱਚ ਆਪਾਂ ਆਊਟਸਾਈਡ ਦੀ ਇਨਕਮ ਨੂੰ ਵੀ ਐਡ ਕਰਾਂਗੇ। ਸੋ ਇਸ ਲਈ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਵੀ ਆਪਾਂ ਐਡ ਕਰਾਂਗੇ। ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਨੈਟ ਆਪਾਂ ਕਿਵੇਂ ਕੱਢਦੇ ਹਾਂ। ਸੋ ਪਾਰਟ 1 ਜ਼ਰੂਰ ਦੇਖਿਓ ਤੁਸੀਂ ਇਹਨੂੰ ਜਾਣਨ ਲਈ। ਸੋ ਆਪਾਂ NDP-FC ਬਾਈ ਪ੍ਰਾਈਵੇਟ ਸੈਕਟਰ ਦੇ ਵਿੱਚ ਕੀ ਐਡ ਕਰ ਦਾਂਗੇ, NFIA ਪਲੱਸ ਟਰਾਂਸਫਰ ਇਨਕਮ। ਟਰਾਂਸਫਰ ਇਨਕਮ ਮੈਂ ਤੁਹਾਨੂੰ ਲੈਕਚਰ 1 'ਚ ਦੱਸਿਆ ਸੀ ਕੀ ਹੁੰਦਾ ਹੈ। ਜੋ ਆਪਾਂ ਨੂੰ ਫ੍ਰੀ 'ਚ ਕੋਈ ਇਨਕਮ ਮਿਲੀ ਹੁੰਦੀ ਹੈ, ਜਿਵੇਂ ਕਿ ਗਵਰਨਮੈਂਟ ਕੋਈ ਸਬਸਿਡੀ ਦੇ ਦਿੰਦੀ ਹੈ, ਕੋਈ ਗਿਫਟ ਦੇ ਦਿੰਦਾ ਆਪਾਂ ਨੂੰ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਟਰਾਂਸਫਰ ਇਨਕਮ। ਸੋ ਟਰਾਂਸਫਰ ਇਨਕਮ ਕਿਹੜੀ ਤਿੰਨ ਚੀਜ਼ਾਂ ਨੂੰ ਮਿਲਾ ਕੇ ਬਣੀ ਹੁੰਦੀ ਹੈ, ਟਰਾਂਸਫਰ ਇਨਕਮ 'ਚ ਇਹ ਤਿੰਨ ਚੀਜ਼ਾਂ ਇਨਕਲੂਡ ਹੁੰਦੀਆਂ ਨੇ। ਨੈਸ਼ਨਲ ਡੈਟ ਇੰਟਰਸਟ। ਨੈਸ਼ਨਲ ਡੈਟ ਇੰਟਰਸਟ ਕੀ ਹੁੰਦਾ ਹੈ। ਹੁਣ ਸਪੋਜ਼ ਕਰੋ ਕਈ ਵਾਰ ਜਿਹੜੀ ਗਵਰਨਮੈਂਟ ਹੁੰਦੀ ਹੈ ਉਹ ਲੋਨ ਲੈ ਲੈਂਦੀ ਹੈ ਕੋਈ ਫਰਮ ਤੋਂ, ਪ੍ਰਾਈਵੇਟ ਫਰਮ ਤੋਂ ਲੋਨ ਲੈ ਲੈਂਦੀ ਹੈ। ਕਿਉਂਕਿ ਬਹੁਤ ਵਾਰ ਐਂ ਹੁੰਦਾ ਹੈ ਕਿ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਤੋਂ ਲੋਨ ਲੈਣਾ ਪੈਂਦਾ ਹੈ ਆਪਣੀ ਇਨਵੈਸਟਮੈਂਟ ਲਈ। ਸੋ ਜਦੋਂ ਉਹ ਲੋਨ ਲੈਂਦੀ ਹੈ ਫਰਮ ਤੋਂ ਤਾਂ ਗਵਰਨਮੈਂਟ ਨੂੰ ਉਹਨਾਂ ਨੂੰ ਕੁਝ ਇੰਟਰਸਟ ਪੇ ਕਰਨਾ ਪੈਂਦਾ ਹੈ, ਕਿਉਂਕਿ ਆਪਾਂ ਅਗਰ ਬੈਂਕ ਤੋਂ ਵੀ ਅਗਰ ਆਪਾਂ ਲੋਨ ਲੈਂਦੇ ਹਾਂ ਤਾਂ ਆਪਾਂ ਨੂੰ ਇੰਟਰਸਟ ਪੇ ਕਰਨਾ ਪੈਂਦਾ ਨਾ। ਸੋ ਉਸੇ ਤਰ੍ਹਾਂ ਗਵਰਨਮੈਂਟ ਵੀ ਜਿਹੜੀ ਆਪਣੀ ਬਿਜ਼ਨਸ ਹੁੰਦੀ ਹੈ ਪ੍ਰਾਈਵੇਟ ਸੈਕਟਰ ਨੂੰ ਹੁੰਦੀ ਹੈ ਉਹਨਾਂ ਨੂੰ ਇੰਟਰਸਟ ਪੇ ਕਰਦੀ ਹੈ ਜਦੋਂ ਪ੍ਰਾਈਵੇਟ ਤੋਂ ਉਹ ਲੋਨ ਲੈਂਦੀ ਹੈ। ਸੋ ਉਹਨੂੰ ਆਪਾਂ ਕੀ ਕਹਿੰਦੇ ਹਾਂ, ਨੈਸ਼ਨਲ ਡੈਟ ਇੰਟਰਸਟ। ਪਲੱਸ ਨੈਟ ਕਰੰਟ ਟਰਾਂਸਫਰ ਫਰੋਮ ਰੈਸਟ ਆਫ ਦਾ ਵਰਲਡ। ਤੁਹਾਨੂੰ ਵਰਲਡ 'ਚੋਂ ਕਿਤੋਂ ਵੀ ਕੋਈ ਫ੍ਰੀ ਇਨਕਮ ਆ ਰਹੀ ਹੈ ਯਾਨੀ ਕਿ ਕੋਈ ਗਿਫਟ ਆ ਰਿਹਾ, ਠੀਕ ਹੈ ਨਾ, ਤਾਂ ਉਹ ਵੀ ਆਪਾਂ ਐਡ ਕਰਾਂਗੇ। ਪਲੱਸ ਕਰੰਟ ਟਰਾਂਸਫਰ ਫਰੋਮ ਗਵਰਨਮੈਂਟ ਐਡਮਿਨਿਸਟ੍ਰੇਸ਼ਨਸ, ਯਾਨੀ ਕਿ ਅਗਰ ਤੁਹਾਨੂੰ ਕੋਈ ਗਵਰਨਮੈਂਟ ਤੋਂ ਵੀ ਟਰਾਂਸਫਰ ਇਨਕਮ ਆ ਰਹੀ ਹੈ ਉਹ ਵੀ ਆਪਾਂ ਐਡ ਕਰਾਂਗੇ, ਲਾਈਕ ਸਬਸਿਡੀਜ਼ ਜੋ ਆਪਾਂ ਨੂੰ ਮਿਲਦੀਆਂ ਨੇ। ਸੋ ਆਪਾਂ ਪ੍ਰਾਈਵੇਟ ਸੈਕਟਰ ਦੀ ਇਨਕਮ 'ਚ ਕੀ ਕੁਛ ਇਨਕਲੂਡ ਕਰਾਂਗੇ, NDP-FC ਬਾਈ ਪ੍ਰਾਈਵੇਟ ਸੈਕਟਰ ਪਲੱਸ NFIA ਪਲੱਸ ਟਰਾਂਸਫਰ ਇਨਕਮ। ਸੋ ਆਪਣਾ ਕੀ ਨਿਕਲ ਆਉਂਦਾ, ਪ੍ਰਾਈਵੇਟ ਇਨਕਮ। ਬਾਕੀ ਤੁਸੀਂ ਅਗਰ ਦੇਖੋ NDP-FC ਤੇ NFIA ਨੂੰ ਅਗਰ ਆਪਾਂ ਮਿਲਾ ਦਿੰਦੇ ਹਾਂ ਤਾਂ ਕੀ ਬਣ ਜਾਂਦਾ ਇਹ, NNPFC। ਆਪਾਂ ਨੇ ਲਾਸਟ ਲੈਕਚਰ 'ਚ ਪੜ੍ਹਿਆ ਸੀ ਨਾ, ਠੀਕ ਹੈ ਨਾ। ਸੋ ਦੇਖਦੇ ਹਾਂ ਆਪਾਂ ਅੱਗੇ ਆਪਣਾ ਫਾਰਮੂਲਾ ਕੀ ਕੀ ਲਿਖੇ ਹੋਏ ਹੈ। ਸੋ ਫਸਟ ਫਾਰਮੂਲਾ ਤਾਂ ਉਹੀ ਆ ਗਿਆ ਜੋ ਆਪਾਂ ਨੇ ਪਿਛਲੀ ਸਲਾਈਡ 'ਚ ਪੜ੍ਹਿਆ, NDP-FC ਬਾਏ ਪ੍ਰਾਈਵੇਟ ਸੈਕਟਰ। ਧਿਆਨ ਰੱਖਣਾ ਕਿ ਇਕੱਲਾ ਪ੍ਰਾਈਵੇਟ ਸੈਕਟਰ ਦੀ ਕਾਊਂਟ ਕਰਾਂਗੇ, ਗਵਰਨਮੈਂਟ ਸੈਕਟਰ ਦਾ ਅਗਰ ਗਿਵਨ ਹੋਊਗਾ ਉਹ NDP 'ਚੋਂ ਮਾਈਨਸ ਕਰ ਦਾਂਗੇ ਪ੍ਰਾਈਵੇਟ ਕੱਢਣ ਲਈ। ਪਲੱਸ NFIA
प्लस नैशनल डैट इंटरस्ट प्लस नैट करंट ट्रांसफर फ्रॉम रैसट ऑफ द वर्ल्ड प्लस करंट ट्रांसफर फ्रॉम गवर्नमेंट एडमिनिस्ट्रेशनस। ये तीनों नूं मिला के की हो जाता है ट्रांसफर इनकम। सो अपना फॉर्मूला की बन गया NDPFC बाय प्राइवेट सेक्टर प्लस NFIA प्लस ट्रांसफर इनकम। एक होर इहदा फॉर्मूला की बनता है प्राइवेट इनकम का NDPFC माइनस NDPFC यानी कि ये गवर्नमेंट के भी इनकलूड है तो प्राइवेट के भी माइनस NDPFC बाय गवर्नमेंट क्यों माइनस किया प्राइवेट के कड्ढन नूं प्लस NFIA प्लस ट्रांसफर इनकम। सो फॉर्मूला सेम फर्स्ट जैसा ही है बट इत्थे इन्होंने आपने की करके देखिए है कि NDP चो आपने जो गवर्नमेंट का माइनस कर दें हैं सो अपने को बचता है प्राइवेट वाला। बाकी नैक्सट देखते हैं जो हूँ नैक्सट अपना जो फॉर्मूला गिवन है ये कढ़िया इन्होंने अपने नैशनल इनकम के नाल जो NNPFC गिवन हो। सो आप की करेंगे प्राइवेट इनकम इक्वल टू NNPFC यानी कि नैशनल इनकम गिवन है यानी कि ये गवर्नमेंट का भी पार्ट है तो प्राइवेट का भी पार्ट है माइनस की कर देंगे NDPFC बाय गवर्नमेंट सैक्टर प्लस ट्रांसफर इनकम। हुण तुसीं सोच रहे होंगे कि इस अपने NFIA क्यों नहीं ऐड किया बिकॉज क्योंकि अपन उरे NNP गिवन है NNP दे विच ऑलरेडी NFIA ऐड होंदा है नैट फैक्टर इनकम फ्रॉम अब्रॉड जी होंगी है वो इनकलूड होंगी है। आई होप थोड़े ये फॉर्मूले समझ लग गए होंगे। बाकी एक होर फॉर्मूला होंदा है वो आप परसनल इनकम तो बाद पढ़ांगे क्योंकि वो परसनल इनकम जो आप कढ़नी सीख लांगे उस तो बाद ही आपको पता लगूगा। हुण देखो परसनल इनकम की होंदा है। परसनल इनकम इज़ द पार्ट ऑफ नैशनल इनकम और प्राइवेट इनकम विच इज़ रिसीव्ड बाय हाउस होल्ड। ये वो इनकम होंदी है ਜਿਹੜੀ सिर्फ हाउस होल्ड ਨੂੰ इन दी एंड रिसीव्ड ਹੁੰਦੀ है इन हैंड ਚ ਉਹਨਾਂ ਨੂੰ ਜਿਹੜੀ ਇਨਕਮ रिसीव्ड ਹੁੰਦੀ है हाउस होल्ड्स ਨੂੰ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਪਰਸਨਲ ਇਨਕਮ। ਸੋ ਇਹ ਕਾਹਦਾ ਪਾर्ट ਹੁੰਦੀ ਹੈ ਨੈਸ਼ਨਲ ਇਨਕਮ ਦਾ ਵੀ ਪਾर्ट ਹੁੰਦੀ ਹੈ ਇਹ ਪ੍ਰਾਈਵੇਟ ਇਨਕਮ ਦਾ ਵੀ ਪਾर्ट ਹੁੰਦੀ ਹੈ। ਸੋ ਇਹ ਤਾਂ ਅੰਡਰਸਟੂਡ ਹੈ ਅਗਰ ਇਹ ਪ੍ਰਾਈਵੇਟ ਦਾ ਪਾर्ट ਹੋਈ ਤਾਂ ਨੈਸ਼ਨਲ ਦਾ ਆਲਰੇਡੀ ਬਣ ਜੂਗੀ ਕਿਉਂਕਿ ਜਿਹੜੀ ਪ੍ਰਾਈਵੇਟ ਹੈ ਇਨਕਮ ਹੈ ਉਹ ਵੀ ਤਾਂ ਨੈਸ਼ਨਲ ਇਨਕਮ ਦਾ ਹੀ ਪਾर्ट ਹੁੰਦਾ ਹੈ। ਹੁਣ ਦੇਖੋ ਇਹ ਪ੍ਰਾਈਵੇਟ ਇਨਕਮ ਦਾ ਪਾर्ट ਕਿਵੇਂ ਹੈ ਕਿਉਂਕਿ ਜਿਹੜੇ ਪ੍ਰਾਈਵੇਟ ਸੈਕਟਰ ਹੁੰਦਾ ਹੈ ਇਹਦੇ ਵਿੱਚ ਦੋ ਹੋਰ ਚੀਜ਼ਾਂ ਆਉਂਦੀਆਂ ਨੇ ਇੱਕ ਤਾਂ ਫਰਮਸ ਆ ਜਾਂਦੀ ਹੈ एक अपना की आ जाता है हाउस होल्ड। सो ये दोनों मिला के आप प्राइवेट इनकम बनाने हैं। बाकी अगर आपने इस चो कले हाउस होल्ड की अगर आप इनकम कढ़ लीए तो कि इनकम बन जाती है वो परसनल इनकम। सो देखते हैं आप किमें कैलकुलेट करते हैं। सो आपने की पढ़िया परसनल इनकम का पार्ट होंगे नैशनल इनकम का पार्ट होंगे। सो देखते हैं आप नैशनल इनकम तो परसनल इनकम किमें कढ़ांगे NNPFC यानी कि नैशनल इनकम चों अनडिस्ट्रीब्यूटिड प्रॉफिट आप पहला माइनस करांगे। अनडिस्ट्रीब्यूटिड प्रॉफिट किहड़े होंदे हैं ਇਹ ਬਿਜ਼ਨਸ ਦੇ ਪ੍ਰੋਫਿਟ ਹੁੰਦੇ ਨੇ ਜਿਹੜੇ ਕਿ ਕਿਸੇ ਨੂੰ ਵੰਡੇ ਨਹੀਂ ਜਾਂਦੇ ਜਿਹੜੇ ਕਿ ਆਪਣੇ EMPLOYEES ਦੇ ਵਿੱਚ ਜਾਂ ਸੋਸਾਇਟੀ ਦੇ ਵਿੱਚ ਡਿਸਟ੍ਰੀਬਿਊਟ ਨਹੀਂ ਕਰਦੇ ਉਹ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ ਅਨਡਿਸਟ੍ਰੀਬਿਊਟਿਡ ਪ੍ਰੋਫਿਟ ਕਹਿ ਦਿੰਦੇ ਆ। ਬਾਕੀ ਇਹਦੇ ਲਈ ਕਈ ਵਾਰ ਇੱਕ ਹੋਰ ਵਰਡ ਵੀ ਲਿਖਿਆ ਹੁੰਦਾ ਉਹ ਕੀ ਹੁੰਦਾ ਰਿਟੇਨਡ ਅਰਨਿੰਗਸ। सो ये वो अर्निंग्स होंगे जी कंपनी फ्यूचरली रिटेन करके रखती है तो बिजनेस ही दोबारा तो इन्वेस्ट कर देंगी है। ये वो प्रॉफिट होंगे हैं जो आप इंप्लॉयज़ नूं नहीं देंगे। सो पहला नैशनल इनकम चो तो पहला आप रिटेनड अर्निंग्स या फिर अनडिस्ट्रीब्यूटेड प्रॉफिट लैस करांगे। हुण की है नैट इंटरस्ट पेमेंट्स मेड बाय हाउस होल्ड्स। ਹੁਣ ਇੱਥੇ ਧਿਆਨ ਦਿਓ ਇੱਥੇ ਲਿਖਿਆ ਹੋਇਆ ਨੈਟ ਆਪਾਂ ਦੇਖਦੇ ਹੁੰਦੇ ਆ ਜਦੋਂ ਆਪਾਂ ਪਲੱਸ ਮਾਈਨਸ ਕਰਕੇ ਕੋਈ ਚੀਜ਼ ਕੱਢਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ ਨੈਟ। ਸੋ ਇੱਥੇ ਆਪਾਂ ਨੂੰ ਨੈਟ ਇੰਟਰਸਟ ਪੇਮੈਂਟ ਮੇਡ ਬਾਈ ਹਾਊਸ ਹੋਲਡ ਕੱਢਣਾ ਪੈਂਦਾ ਹੈ। ਇਹ ਕਿਵੇਂ ਕੱਢਦੇ ਆ ਇੰਟਰਸਟ ਪੇਡ ਬਾਏ ਹਾਊਸ ਹੋਲਡ ਇੱਕ ਤਾਂ ਜਿਹੜਾ ਘਰਦਿਆਂ ਦੇ ਦੁਆਰਾ ਇੰਟਰਸਟ ਪੇ ਕੀਤਾ ਗਿਆ ਉਸ ਚੋਂ ਆਪਾਂ ਕੀ ਮਾਈਨਸ ਕਰ ਦਾਂਗੇ ਇੰਟਰਸਟ ਰਿਸੀਵਡ ਬਾਏ ਹਾਊਸ ਹੋਲਡ। ਸੋ ਜਦੋਂ ਆਪਾਂ ਪੇਡ ਦੇ ਵਿੱਚੋਂ रिसीव्ड ਨੂੰ माइनस कर देंगे अपने को बच जूगा नैट इंटरस्ट बच जूगा। नैट इंटरस्ट पेमेंट मेड बाय हाउस होल्ड कि उन्होंने नैट किन्नी की सी माइनस कॉरपोरेट टैक्स। कॉरपोरेट टैक्स कौन भरदा हुंदा है ये प्राइवेट फर्म भरदियां हुंदियां ने बिजनेसिस भरदे हुंदे हैं इसलिए आपाने कॉरपोरेट टैक्स आपाने की कीता है माइनस कीता है। सो आपाने की कढ़ना की है परसनल। सो आपा इस चों ਜਿਹੜੇ ਫਰਮਸ ਦੇ ਪ੍ਰੋਫਿਟ ਹੈ ਉਹ ਮਾਈਨਸ ਕਰ ਰਹੇ ਹੈ ਤੇ ਫਰਮਸ ਨੇ ਜੋ ਟੈਕਸ ਭਰਦੇ ਆ ਉਹ ਮਾਈਨਸ ਕਰ ਦਿੰਦੇ ਆ ਤੇ ਬਾਕੀ ਜੋ ਹਾਊਸ ਹੋਲਡ ਨੇ ਪੇਮੈਂਟਸ ਵਗੈਰਾ ਕੀਤੀਆਂ ਹੁੰਦੀਆਂ ਨੇ ਨੈਟ ਆਪਾਂ ਇਫੈਕਟ ਕਿਉਂਕਿ ਉਹਨਾਂ ਨੂੰ ਰਿਸੀਵ ਵੀ ਹੋਈ ਹੁੰਦੀ ਹੈ ਇਸ ਲਈ ਆਪਾਂ ਨੇ ਨੈਟ ਇਫੈਕਟ ਚੱਕਿਆ ਕਿ ਰਿਸੀਵ ਵਾਲੀ ਵੀ ਕਾਊਂਟ ਹੋ ਜਾਏ ਤੇ ਪੇ ਵਾਲੀ ਵੀ ਕਾਊਂਟ ਹੋ ਜਾਏ। ਸੋ ਆਪਾਂ ਨੈਸ਼ਨਲ ਇਨਕਮ ਚੋਂ ਪਹਿਲਾਂ ਤਾਂ ਰਿਟੇਨਡ ਅਰਨਿੰਗ ਮਾਈਨਸ ਕਰਤੀ ਹੈ ਬਿਜ਼ਨਸ ਦੀਆਂ ਜੋ ਕਿ ਡਿਸਟ੍ਰੀਬਿਊਟ ਨਹੀਂ ਕੀਤੀ ਜਾਂਦੀ ਹਾਊਸ ਹੋਲਡਸ ਨੂੰ। फिर आपने माइनस करता जोड़ा हाउस होल्ड्स ने नैट इंटरस्ट पेमेंट की होंगी है यानी कि है इस दोनों आ जाती है
ਜਿਹੜੀ ਉਹਨਾਂ ਨੂੰ ਰਿਸੀਵ ਹੋਈ ਹੈ ਤੇ ਜਿਹੜੀ ਉਹਨਾਂ ਨੇ ਪੇ ਕੀਤੀ ਹੈ, ਮਾਈਨਸ ਕਾਰਪੋਰੇਟ ਟੈਕਸ, ਬਾਕੀ ਜਿਹੜੇ ਪ੍ਰਾਈਵੇਟ ਫਰਮਸ ਨੇ ਕੋਈ ਟੈਕਸ ਵਗੈਰਾ ਭਰੇ ਹੁੰਦੇ ਆ ਉਹ ਆਪਾਂ ਲੈਸ ਕਰ ਦਾਂਗੇ, ਪਲੱਸ ਟ੍ਰਾਂਸਫਰ ਪੇਮੈਂਟਸ ਟੂ ਦਾ ਹਾਊਸ ਹੋਲਡਸ ਫਰੋਮ ਦਾ ਗਵਰਨਮੈਂਟ ਔਰ ਫਰਮ। ਤੇ ਆਪਾਂ ਇਸ 'ਚ ਐਡ ਕੀ ਕਰ ਦਾਂਗੇ, ਕੋਈ ਵੀ ਟ੍ਰਾਂਸਫਰ ਪੇਮੈਂਟਸ, ਯਾਨੀ ਕਿ ਕੋਈ ਵੀ ਅਗਰ ਸਬਸਿਡੀ ਗਿਫਟ ਅਗਰ ਕੋਈ ਗੌਰਮੈਂਟ ਜਾਂ ਫਿਰ ਕੋਈ ਪ੍ਰਾਈਵੇਟ ਫਰਮ ਦੇ ਰਹੀ ਹੈ ਕੋਈ ਪਰਸਨਲ ਬੰਦੇ ਨੂੰ, ਕੋਈ ਹਾਊਸ ਹੋਲਡ ਨੂੰ, ਉਹ ਆਪਾਂ ਕੀ ਕਰ ਦਾਂਗੇ, ਐਡ ਕਰ ਦਾਂਗੇ, ਜਿਸ ਨਾਲ ਆਪਣੇ ਕੋਲ ਕੀ ਨਿਕਲ ਆਊਗੀ, ਪਰਸਨਲ ਇਨਕਮ। ਆਪਣੇ ਕੋਲ ਇੱਥੇ ਆਲਰੇਡੀ NNP ਹੈ, ਇਸ ਲਈ ਇੱਥੇ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਆਪਾਂ ਨੇ ਕਿਤੇ ਵੀ ਇੱਥੇ ਮੈਂਸ਼ਨ ਨਹੀਂ ਕੀਤਾ, ਕਿਉਂਕਿ ਉਹ ਆਲਰੇਡੀ ਇਨਕਲੂਡ ਹੁੰਦਾ ਹੈ ਨੈਸ਼ਨਲ ਇਨਕਮ ਦੇ ਵਿੱਚ। ਸੋ ਇਹਦਾ ਫਾਰਮੂਲਾ ਕੀ ਬਣਦਾ ਹੈ, ਇੱਕ ਵਾਰ ਮੈਂ ਇਰੇਜ਼ ਕਰ ਦਿੰਦਾ, ਤੁਸੀਂ ਦੇਖ ਲਿਓ, ਇਹਨੂੰ ਨੋਟ ਕਰ ਲਿਓ। ਸੋ ਨੈਸ਼ਨਲ ਇਨਕਮ 'ਚ ਆਪਾਂ ਕੀ ਕਰਾਂਗੇ, ਅਨਡਿਸਟ੍ਰੀਬਿਊਟਿਡ ਪ੍ਰੋਫਿਟ ਮਾਈਨਸ ਕਰ ਦਾਂਗੇ, ਇਹਨਾਂ ਨੂੰ ਕੀ ਕਹਿ ਦਿੰਦੇ ਆ, ਰਿਟੇਨਡ ਅਰਨਿੰਗਸ। ਬਾਕੀ ਆਪਾਂ ਨੈਟ ਇੰਟਰਸਟ ਪੇਮੈਂਟ ਮੇਡ ਬਾਈ ਹਾਊਸ ਹੋਲਡ ਕਰ ਦਾਂਗੇ, ਮਾਈਨਸ ਕਾਰਪੋਰੇਟ ਟੈਕਸ ਜਿਹੜੇ ਪ੍ਰਾਈਵੇਟ ਫਰਮਸ ਭਰਦੀਆਂ ਨੇ, ਪਲੱਸ ਕੀ ਕਰ ਦਾਂਗੇ, ਟ੍ਰਾਂਸਫਰ ਪੇਮੈਂਟਸ ਜਿਹੜੇ ਗਿਫਟਸ ਵਗੈਰਾ ਜਾਂ ਫਿਰ ਸਬਸਿਡੀਜ਼ ਵਗੈਰਾ ਮਿਲੀਆਂ ਹੋਣਗੀਆਂ, ਜਿਸ ਨਾਲ ਆਪਣੇ ਕੋਲ ਕੀ ਆ ਜਾਊਗੀ, ਪਿੱਛੇ ਇਕੱਲੀ ਸਿਰਫ ਪਰਸਨਲ ਇਨਕਮ ਆ ਜਾਊਗੀ ਜੋ ਕਿ ਹਾਊਸ ਹੋਲਡ ਦੇ ਹੱਥ ਵਿੱਚ ਰਹਿ ਜਾਂਦੀ ਹੈ। ਬਾਕੀ ਅਗਰ ਆਪਾਂ ਇਹਦਾ ਇੱਕ ਹੋਰ ਫਾਰਮੂਲਾ ਦੇਖੀਏ ਕੀ ਹੁੰਦਾ ਹੈ, ਅਗਰ ਤੁਹਾਨੂੰ ਪ੍ਰਾਈਵੇਟ ਦਾ ਯਾਦ ਰਹਿ ਜੇ ਫਾਰਮੂਲਾ, ਫਿਰ ਤੁਸੀਂ ਇਹਨੂੰ ਡਾਇਰੈਕਟ ਵੀ ਕੱਢ ਸਕਦੇ ਹੋ। ਕਿਵੇਂ, ਪ੍ਰਾਈਵੇਟ ਇਨਕਮ ਮਾਈਨਸ ਕਾਰਪੋਰੇਟ ਟੈਕਸ ਜਿਹੜੇ ਕਿ ਫਰਮ ਆਪਣੀ ਭਰਦੀ ਆ ਟੈਕਸ ਵਗੈਰਾ, ਮਾਈਨਸ ਕਾਰਪੋਰੇਟ ਸੇਵਿੰਗ। ਕਾਰਪੋਰੇਟ ਸੇਵਿੰਗ ਨੂੰ ਆਪਾਂ ਹੋਰ ਕੀ ਕਰਨੇ ਆ, ਰਿਟੇਨਡ ਅਰਨਿੰਗਸ ਤੇ ਅਨਡਿਸਟ੍ਰੀਬਿਊਟਿਡ ਪ੍ਰੋਫਿਟ। ਠੀਕ ਹੈ, ਪ੍ਰਾਈਵੇਟ ਇਨਕਮ ਮਾਈਨਸ ਕਾਰਪੋਰੇਟ ਟੈਕਸ, ਕਿਉਂਕਿ ਜਿਹੜੇ ਫਰਮਸ ਹੁੰਦੇ ਆ ਉਹਨਾਂ ਨੂੰ ਆਪਣੇ ਟੈਕਸਿਸ ਵਗੈਰਾ ਤਾਂ ਪੇ ਕਰਨੇ ਹੀ ਪੈਣਗੇ, ਠੀਕ ਹੈ ਨਾ, ਮਾਈਨਸ ਕਾਰਪੋਰੇਟ ਸੇਵਿੰਗ, ਇਹਨਾਂ ਨੂੰ ਕੀ ਕਹਿ ਦਿੰਦੇ ਆਪਾਂ, ਰਿਟੇਨਡ ਅਰਨਿੰਗਸ ਤੇ ਅਨਡਿਸਟ੍ਰੀਬਿਊਟਿਡ ਪ੍ਰੋਫਿਟ। ਫਿਰ ਆਪਣੇ ਕੋਲ ਕੀ ਆ ਜਾਂਦਾ, ਪਰਸਨਲ ਇਨਕਮ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਤੇ ਬਾਕੀ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਪ੍ਰਾਈਵੇਟ ਇਨਕਮ ਦਾ ਇੱਕ ਫਾਰਮੂਲਾ ਪੜਾਂਗੇ, ਉਹ ਹੁਣ ਤੁਹਾਨੂੰ ਮੈਂ ਦੱਸਦਾ ਕੀ ਹੁੰਦਾ ਹੈ। ਜਦੋਂ ਤੁਸੀਂ ਪਰਸਨਲ ਇਨਕਮ ਦੇ ਵਿੱਚ ਕਾਰਪੋਰੇਟ ਟੈਕਸ ਐਡ ਕਰ ਦਿਓ ਤੇ ਪਲੱਸ ਰਿਟੇਨਡ ਅਰਨਿੰਗ ਐਡ ਕਰ ਦਿਓ, ਉਹ ਕੀ ਬਣ ਜਾਊਗਾ, ਪ੍ਰਾਈਵੇਟ ਇਨਕਮ। ਸੋ ਇਹ ਫਾਰਮੂਲਾ ਯਾਦ ਰੱਖ ਲਓ ਨੀਚੇ ਵਾਲਾ, ਇਹ ਨਾਲ ਕੀ ਹੋਊਗਾ, ਤੁਸੀਂ ਪ੍ਰਾਈਵੇਟ ਇਨਕਮ ਵੀ ਕੱਢ ਸਕਦੇ ਹੋ, ਸਿਰਫ ਤਾਂ ਅਗਰ ਤੁਹਾਨੂੰ ਪਰਸਨਲ ਇਨਕਮ ਵਗੈਰਾ ਗਿਵਨ ਹੋਊਗੀ। ਬਾਕੀ ਅਸਲੀ ਫਾਰਮੂਲਾ ਕੀ ਹੈ, ਮੇਨ ਫਾਰਮੂਲਾ ਕੀ ਹੈ ਜੋ ਆਪਾਂ ਨੇ ਪਿਛਲੀ ਸਲਾਈਡ 'ਚ ਪੜ੍ਹਿਆ ਪ੍ਰਾਈਵੇਟ ਇਨਕਮ ਕੱਢਣ ਦਾ, ਉਹ ਫਿਰ ਕੀ ਆਪਾਂ ਕੱਢ ਸਕਦੇ ਹਾਂ, ਉਹਨਾਂ ਨਾਲ ਪਰਸਨਲ ਇਨਕਮ ਵੀ ਕੱਢ ਸਕਦੇ ਹਾਂ ਜਦੋਂ ਆਪਾਂ ਕਾਰਪੋਰੇਟ ਟੈਕਸ ਤੇ ਕਾਰਪੋਰੇਟ ਸੇਵਿੰਗ ਮਾਈਨਸ ਕਰ ਦਾਂਗੇ। ਬਾਕੀ ਹੁਣ ਆਪਾਂ ਦੇਖਦੇ ਹਾਂ ਪਰਸਨਲ ਡਿਸਪੋਜ਼ੇਬਲ ਇਨਕਮ ਕੀ ਹੁੰਦਾ ਹੈ। Personal disposable income is part of personal income to the household that they can spend as they wish. So ਜਿਹੜੀ personal disposable income ਹੁੰਦੀ ਹੈ, ਇਹ ਕਾਹਦਾ ਪਾਰਟ ਹੁੰਦੀ ਹੈ, ਪਰਸਨਲ ਇਨਕਮ ਦਾ। ਤੇ ਕਿਹੜਾ ਪਾਰਟ ਹੁੰਦੀ ਹੈ, ਜਿਹਨੂੰ ਜਿਹੜੇ ਲੋਕ ਹੈ ਆਪਣੇ ਮਨ ਅਨੁਸਾਰ ਖਰਚ ਸਕਦੇ ਹੈ। ਹੁਣ ਦੇਖੋ, ਤੁਸੀਂ ਸਪੋਜ਼ ਕਰੋ ਈਅਰ ਦੇ ਐਂਡ 'ਚ ਤੁਹਾਨੂੰ 10 ਲੱਖ ਰੁਪਇਆ ਕਮਾ ਲਿਆ, ਤਾਂ ਹੁਣ ਤੁਸੀਂ ਖੁਦ ਦੱਸੋ ਕਿ ਤੁਸੀਂ ਉਹ ਜਿਹੜਾ 10 ਲੱਖ ਰੁਪੀਸ ਅਰਨ ਕੀਤਾ, ਕਿਆ ਤੁਸੀਂ ਉਹ ਸਾਰਾ ਖਰਚ ਸਕਦੇ ਹੋ ਜਾਂ ਨਹੀਂ। ਤੁਹਾਨੂੰ ਇਸ ਚੋਂ ਕੁਝ ਪਾਰਟ ਤੁਹਾਨੂੰ ਕੰਪਲਸਰੀ ਕਿਸੇ ਹੋਰ ਨੂੰ ਵੀ ਪੇ ਕਰਨਾ ਪੈ ਸਕਦਾ ਹੈ, ਬਿਲਕੁਲ ਪੈ ਸਕਦਾ ਹੈ। ਕਿਉਂ, ਕਿਉਂਕਿ ਜਦੋਂ ਤੁਸੀਂ 10 ਲੱਖ ਰੁਪਏ ਅਗਰ ਅਰਨ ਕਰ ਰਹੇ ਹੋ ਤਾਂ ਤੁਹਾਨੂੰ ਇਹਦੇ ਵਿੱਚੋਂ ਇਨਕਮ ਟੈਕਸ ਵੀ ਪੇ ਕਰਨਾ ਪਊਗਾ। ਬਾਕੀ ਕੋਈ ਤੁਹਾਡੇ ਫਾਈਨ ਵਗੈਰਾ ਅਗਰ ਲੱਗੇ ਹੋਣਗੇ, ਕੋਈ ਐਸਾ ਹੋਰ ਕੰਪਲਸਰੀ ਪੇਮੈਂਟ ਹੁੰਦੀ ਹੈ ਜੋ ਗਵਰਨਮੈਂਟ ਨੂੰ ਦੇਣੀ ਹੈ, ਤਾਂ ਤੁਹਾਨੂੰ ਉਹ ਵੀ ਪੇ ਕਰਨੀ ਪਊਗੀ, ਫਾਈਨਸ ਵਗੈਰਾ ਪੇ ਕਰਨੇ ਪੈਣਗੇ। ਤੇ ਹੁਣ ਸਪੋਜ਼ ਕਰੋ ਇਹ ਸਾਰਾ ਕੁਝ ਮਿਲਾ ਕੇ ਆਪਣੇ ਕੋਲ 2 ਲੱਖ ਵੈਲਿਊ ਬਣ ਗਈ ਕਿ ਆਪਾਂ ਨੇ 2 ਲੱਖ ਰੁਪੀਜ਼ ਦੇ ਇਨਕਮ ਟੈਕਸ ਤੇ ਫਾਈਨਸ ਆਪਾਂ ਨੇ ਭਰਤੇ, ਤਾਂ ਪਿੱਛੇ ਆਪਣੇ ਕੋਲ ਕੀ ਰਹਿ ਗਿਆ, 8 ਲੱਖ। ਤੇ ਹੁਣ ਜਿਹੜਾ 8 ਲੱਖ ਬਚਿਆ ਨਾ, ਇਹ ਤੁਹਾਡੀ ਇਨਕਮ ਹੈ, ਕਿਉਂਕਿ ਤੁਸੀਂ ਇਹਨੂੰ ਜਿਵੇਂ ਮਰਜ਼ੀ ਖਰਚ ਸਕਦੇ ਹੋ। ਹੁਣ ਤੁਹਾਡੇ ਕੋਲ ਕੋਈ ਲਾਇਬਿਲਿਟੀ ਨਹੀਂ ਹੈਗੀ ਕਿ ਤੁਹਾਨੂੰ ਗਵਰਨਮੈਂਟ ਨੂੰ ਕੋਈ ਪਾਰਟ ਦੇਣਾ ਆਪਣੀ ਇਨਕਮ ਦਾ ਜਾਂ ਨਹੀਂ ਦੇਣਾ। ਸੋ ਜਿਹੜੀ ਇਹ 8 ਲੱਖ ਹੈ, ਇਹਨੂੰ ਆਪਾਂ ਕੀ ਕਵਾਂਗੇ, ਪਰਸਨਲ ਡਿਸਪੋਜ਼ੇਬਲ ਇਨਕਮ, ਜਿਹਨੂੰ ਤੁਸੀਂ ਆਪਣੇ ਅਨੁਸਾਰ ਖਰਚ ਸਕਦੇ ਹੋ। ਦੇਖੋ ਇਹਦਾ ਫਾਰਮੂਲਾ ਕੀ ਹੈ, ਪਰਸਨਲ ਡਿਸਪੋਜ਼ੇਬਲ ਇਨਕਮ ਦਾ, ਪਰਸਨਲ ਇਨਕਮ ਮਾਈਨਸ ਇਨਕਮ ਟੈਕਸ ਮਾਈਨਸ ਨॉन ਟੈਕਸ ਪੇਮੈਂਟ ਟੂ ਗਵਰਨਮੈਂਟਸ, ਯਾਨੀ ਕਿ ਫਾਈਨਸ। ਕਈ ਵਾਰ ਫਾਈਨ ਵਗੈਰਾ ਲੱਗ ਜਾਂਦਾ ਨਾ, ਚਾਰजेस ਆਪਾਂ ਗਵਰਨਮੈਂਟ ਆਪਣੇ ਉੱਪਰ ਲਗਾ ਦਿੰਦੀ ਹੈ, ਸੋ ਉਹ ਆਪਾਂ ਜਦੋਂ ਦੇ ਦਿੰਦੇ ਹਾਂ ਤੇ ਪਿੱਛੇ ਆਪਣੇ ਕੋਲ ਜਿਹੜੀ ਅਮਾਊਂਟ ਬਚਦੀ ਹੈ ਉਹ ਕੀ ਹੁੰਦੀ ਹੈ, ਪਰਸਨਲ ਡਿਸਪੋਜ਼ੇਬਲ ਇਨਕਮ, ਜਿਹਨੂੰ ਆਪਾਂ ਹੁਣ ਖਰਚ ਸਕਦੇ ਹਾਂ।
ਸੋ ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਅੱਛਾ ਲੱਗਿਆ ਹੋਊਗਾ ਤੇ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ ਕਿ ਆਪਾਂ ਨੇ ਕਿਵੇਂ ਕਿਹੜੀ ਚੀਜ਼ ਕੈਲਕੂਲੇਟ ਕੀਤੀ ਹੈ। ਅਗਰ ਫੇਰ ਵੀ ਤੁਹਾਨੂੰ ਕੋਈ ਡਾਊਟ ਆਂਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸ ਸਕਦੇ ਹੋ। ਬਾਕੀ ਅਗਰ ਤੁਹਾਨੂੰ ਮੇਰੀ ਵੀਡੀਓਜ਼ ਅੱਛੀ ਲੱਗਦੀ ਹੈ ਤਾਂ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਕਰੋ, ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ। ਬਾਕੀ ਜੋ ਸਟੂਡੈਂਟਸ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੀ ਰਿਕੁਐਸਟ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ। ਸੋ ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ।